ਢਾਈ ਪੀ ਗਿਆ ਉਹ ਮੇਰੇ ਪਾਪੇ ਨੇ ਘੰਟੀ ਮਾਰਦੀ ਉਹ ਘਰੋਂ ਤਲੋਂ ਉਹ ਜੋ ਬੰਦਾ ਸੀ ਘੰਟੇ ਨੂੰ ਹੋ ਗਏ ਸਾਡੇ ਕੋਲ ਤਾਂ ਘੰਟੇ ਡਬਲ ਢਾਈ ਪੀ ਲੈ ਜਾ ਉਹ ਬਾਈ ਜਾਈਂ ਵੀ 2 ਮਿੰਟ 10 ਕੇ ਕਰਨਾ ਲੱਗਣਗੇ ਨਾਲ ਹੀ 2 ਬੰਦੇ ਦੀਵਾਰ ਤੇ ਖੜਿਆ ਰਿਹਾ ਤੋ ਐ ਉਤਰੇ ਤੂੰ ਗਿਆ ਲੈ ਚੁੱਕੇ ਸਨ। 28 ਸਾਲ ਹੋ ਗਏ ਜੀ ਇਹਨਾਂ ਨੂੰ ਜਾਂਦੇ ਨੂੰ। ਸ਼ੁਰੂ ਤੋਂ ਬਸ ਜਦੋਂ ਇਹ ਲਹਿਰ ਚੱਲੀ ਆ ਥੋੜੀ ਜੀ ਅਗਰਾਂ ਵਾਲੀ ਪਾਰਟੀ 'ਚ ਜਾਂਦੇ ਰਹੇ ਨੇ ਇਹ ਬਸ ਉਦੋਂ ਦੇ ਜਾਂਦੇ ਸੀ। ਲੋਕ ਇਹਨਾਂ ਨੂੰ ਬਹੁਤ ਕਹਿੰਦੇ ਸੀ ਤੁਸੀਂ ਭੂਕਣਾ ਪਲੱਗ ਵਾਲੇ ਹੋ ਫਿਰ ਵੱਢ ਜੋ ਤੁਸੀਂ ਕਿਹੜਾ ਕਰਜ਼ਾ ਮੁੱਕਰਨਾ ਪਰ ਇਹਨਾਂ ਨੇ ਘਰ ਦਾ ਕੰਮ ਛੱਡਤਾ ਸੀ ਪਰ ਉਹ ਨਹੀਂ ਛੱਡਿਆ ਹੈਗਾ। ਇੱਕ ਮੇਰਾ ਬੇਟਾ ਹੈਗਾ ਇੱਕ ਨੂੰਹ ਹੈ ਇੱਕ 12 ਸਾਲ ਦਾ ਪੋਤਾ ਹੈ। ਬਸ ਜੀ ਥੋੜੀ ਮੋਟੀ ਜ਼ਮੀਨ ਹੈਗੀ ਬਸ ਔਖਾ ਹੀ ਗੁਜ਼ਾਰਾ ਚੱਲ ਰਿਹਾ ਜੀ ਘਰ ਦਾ। ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਬਾਕੀ ਉਹ ਵੀ ਮੰਨ ਲੈ ਵੀ ਤੜਕੇ ਕੰਮ ਕਰਕੇ। ਪਰ ਅੱਜ ਅਸੀਂ ਗੱਲ ਕਰਾਂਗੇ ਉਗਰਾਹਾਂ ਜਥੇਬੰਦੀ ਮੰਨੀ ਜਾਂਦੀ ਹੈ ਕਿ ਪੰਜਾਬ ਦੀ ਬੜੀ ਵੱਡੀ ਜਥੇਬੰਦੀ ਹੈ ਇਹ ਲੋਕ ਮੰਨਦੇ ਨੇ। ਇਸ ਉਗਰਾਹਾਂ ਜਥੇਬੰਦੀ ਜਿਹਨੂੰ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਗਰੁੱਪ ਦੀ ਜਥੇਬੰਦੀ ਕਹੀ ਜਾਂਦੀ ਹੈ ਜੋ ਦਿੱਲੀ ਵਿੱਚ ਵੀ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਪਰ ਪੰਜਾਬ ਵਿੱਚ ਇਹਨਾਂ ਦੇ ਕਰਿੰਦੇ ਇਹਦਾ ਨਾਮ ਬਦਨਾਮ ਕਰਨ ਦੇ ਲਈ ਕੀ ਕੁਝ ਕਰ ਰਹੇ ਨੇ। ਆਓ ਸਾਡੇ ਨਾਲ ਬੈਠੇ ਨੇ ਸਮਾਜ ਸੇਵੀ ਜਸਕੌਰ ਸਿੰਘ ਜੀ ਉਹਨਾਂ ਤੋਂ ਜ਼ਬਾਨੀ ਸੁਣਨ ਦਾ ਯਤਨ ਕਰਦੇ ਆ ਕਿ ਉਗਰਾਹਾਂ ਜਥੇਬੰਦੀ ਨੇ ਕਿਵੇਂ ਆਪਣੇ ਕਰਿੰਦਿਆਂ ਦੁਆਰਾ ਇਸ ਜਥੇਬੰਦੀ ਦਾ ਅਕਸ਼ ਖਰਾਬ ਕਰਨ ਲਈ ਕੀ ਕੁਝ ਕਰ ਰਹੇ ਨੇ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਗਰਾਹਾਂ ਜਥੇਬੰਦੀ ਦਾ ਤੁਸੀਂ ਗੱਲਬਾਤ ਕਰ ਰਹੇ ਸੀ ਆਫ ਦਾ ਕੈਮਰਾ ਕੀ ਹੈ ਉਹ ਸਾਰਾ ਮਸਲਾ ਜਿਹੜਾ ਤੁਸੀਂ ਸਾਨੂੰ ਦੱਸ ਰਹੇ ਸੀਗੇ। ਮੈਂ ਤੁਹਾਡੇ ਚੈਨਲ ਦੇ ਥਰੂ ਹੀ ਜੋਗਿੰਦਰ ਉਗਰਾਹਾਂ ਜਥੇਬੰਦੀ ਦਾ ਜਿਹੜਾ ਹੈਡ ਹੈ ਮੈਂ ਉਹਨੂੰ ਰਿਕਵੈਸਟ ਵੀ ਕਰਨੀ ਚਾਹੁੰਦਾ ਇਹ ਜਿਹੜਾ ਕੇਸ ਹੈ ਉਹਦੇ ਧਿਆਨ 'ਚ ਉਹ ਚੁੱਪ ਕਿਉਂ ਹੈ ਇਹ ਮੇਰਾ ਸਵਾਲ ਵੀ ਉਹਨੂੰ ਤੇ ਮੇਰੀ ਰਿਕਵੈਸਟ ਵੀ ਹੈ। ਜਿਹੜਾ ਕੇਸ ਤੁਸੀਂ ਦੱਸਣ ਦੇ ਉਹਨਾਂ ਦੇ ਧਿਆਨ 'ਚ ਪਹਿਲਾਂ ਹੀ ਹੈ ਪਹਿਲਾਂ ਧਿਆਨ 'ਚ ਉਹਦੇ ਸਭ ਕੁਝ ਪਤਾ ਉਹਨੂੰ ਜੀ ਉਹ ਡਰਾਮਾ ਕਰਦਾ ਹੈ ਜਾਂ ਫਿਰ ਉਹ ਜਾਣ ਕੇ ਚੁੱਪ ਕਰਿਆ ਹੋਇਆ ਜੀ ਜਾਂ ਉਹਦੇ ਜਿਹੜੇ ਉਹਦੇ ਤੇ ਦਾ ਪ੍ਰਭਾਵ ਵੀ ਇੰਨੀ ਹੈ ਥੱਲੇ ਵਾਲੇ ਜਿਹੜੇ 2-3 ਨੰਬਰ ਤੇ ਬੰਦੇ ਵੀ ਉਹਨਾਂ ਦੀ ਕਿ ਉਹ ਬੋਲ ਨਹੀਂ ਸਕਦਾ। ਲੇਕਿਨ ਜਿੱਥੇ ਇਨਸਾਫ ਹੈ ਉਹ ਇਸ ਜਥੇਬੰਦੀ ਨੂੰ ਮੈਂ ਬੜਾ ਸਤਿਕਾਰ ਦਿੰਦਾ ਹੁੰਦਾ ਸੀ ਤੇ ਮੇਰੇ ਮਨ 'ਚ ਇਹ ਹੁੰਦਾ ਸੀ ਵੀ ਯਾਰ ਦੂਜੀਆਂ ਜਥੇਬੰਦੀਆਂ ਤਾਂ ਸਾਰੀਆਂ ਕੱਚੇ ਲੈ ਗਈਆਂ ਕੋਈ ਵਿਰਲੀ ਬਚੀ ਹੈ ਤੇ ਇਹ ਜਥੇਬੰਦੀ ਹੈ ਜਿਹੜੀ ਇਹ ਆਪਦਾ ਹੋਕਾ ਦਿੰਦੇ ਆ ਵੀ ਅਸੀਂ ਸੱਚ ਤੇ ਪਹਿਰਾ ਦਿੰਦੇ ਆ ਤੇ ਅਸੀਂ ਜੋ ਵੀ ਫੈਸਲਾ ਦੇਖ ਕੇ ਕਰਦੇ ਆ ਤੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੇ ਜੀ। ਪਰ ਕੀ ਗਰਾਹਾ ਸਾਹਿਬ ਤੇਰੇ ਜਿਹੜੇ ਥੱਲੇ ਬੰਦੇ ਬੈਠੇ ਉਹ ਇਨਸਾਫ ਕਰ ਰਹੇ ਆ ਉਹ ਰੱਜ ਕੇ ਬੇਇਨਸਾਫੀ ਕਰ ਰਹੇ ਆ ਔਰ ਰੱਜ ਕੇ ਭ੍ਰਿਸ਼ਟਾਚਾਰ ਕਰਦੇ ਆ ਤੇ ਬੇਹਿਸਾਬਾ ਕੰਮ ਕਰਦੇ। ਬੜੀ ਵੱਡੀ ਗੱਲ ਮੈਂ ਉਹਦੀ ਅੱਜ ਮਿਸਾਲ ਦੇਵਾਂਗਾ। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਮੈਂ ਮੇਰੇ ਕੋਲ ਉਦਾਹਰਨ ਹੈ ਮੈਂ ਦਿੰਨਾ ਤੁਹਾਨੂੰ ਐਗਜ਼ਾਮਪਲ ਦਿੰਨਾ ਐਗਜ਼ਾਮਪਲ ਨਹੀਂ ਮੈਂ ਸਬੂਤ ਦਿੰਨਾ ਕਿ ਦੇਸ਼ ਦੀ ਜਿਹੜੀ ਵੀ ਨਿਆਇਆਲੇ ਹੈ ਉਸ ਤੋਂ ਵੀ ਉਹਦੇ 25 ਸਾਲ ਦੇ ਡਿਸੀਜਨ ਨੂੰ ਇਹਨਾਂ ਨੇ ਚੈਲੰਜ ਕਰਕੇ ਤੇ ਜ਼ਮੀਨ ਤੇ ਕਬਜ਼ਾ ਕੀਤਾ। ਸੁਪਰੀਮ ਕੋਰਟ ਦੇ ਆਰਡਰ ਨੂੰ ਵੀ ਸਾਰੀਆਂ ਕੋਰਟਾਂ ਨੂੰ ਕਿ ਸਾਰੀ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ 25 ਸਾਲ ਇੱਕ ਬੰਦਾ ਸੰਘਰਸ਼ ਕਰਕੇ ਫੈਸਲੇ ਜਿੱਤਦਾ ਗਿਆ। ਉਹਨੂੰ ਆੜਤੀਏ ਨਹੀਂ ਜ਼ਿਮੀਂਦਾਰ ਹੀ ਉੱਥੋਂ ਤੱਕ ਲੱਗਿਆ। ਉਹਦੇ ਬਾਰੇ ਮਸਲਾ ਕੀ ਹੈ? ਮਸਲਾ ਇੱਕ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਵਿੱਚ ਘੁਮਿਆਰਾ ਪਿੰਡ ਪੈਂਦਾ ਲੰਬੀ ਹਲਕੇ 'ਚ ਤੇ ਘੁਮਿਆਰੇ ਦੇ 2 ਫਾਦਰ ਉਹਦੇ ਦਾ ਨਾਮ ਭਿੰਦੇ ਸੇਠੀ ਤੇ ਉਹਦਾ ਫਾਦਰ ਮੰਗਲ ਚੰਦ ਸੇਠੀ ਡੱਬ ਵਾਲੀ ਮੰਡੀ 'ਚ ਆੜਤ ਕਰਦੇ ਔਰ ਉਸੇ ਪਿੰਡ ਦੇ 3000-3500 ਵੋਟ ਆ ਉਸ ਪਿੰਡ ਦੀ। ਉਸੇ ਪਿੰਡ ਦਾ ਇੱਕ ਆੜਤੀਆ ਜ਼ਿਮੀਂਦਾਰ ਜੋ ਡਿਫਾਲਟਰ ਹੋਇਆ ਹੋਇਆ ਸੀ 1995 ਚ ਕਰਜ਼ਾਊ ਸੀਗਾ ਇਹਨਾਂ ਦੀ ਦੁਕਾਨ ਤੇ ਗਿਆ ਕਿ ਮੇਰੇ ਸਿਰ ਕਰਜ਼ਾ ਮੇਰਾ ਕਰਜ਼ਾ ਲਾ ਦਿਓ ਮੈਨੂੰ ਆੜਤ ਲਾ ਲਓ ਤਾਂ ਉਹਨਾਂ ਨੇ ਪਿੰਡ ਦੇ ਇਨਸਾਨੀਅਤ ਦੇ ਨਾਤੇ ਭਿੰਦੇ ਨੂੰ ਉਹਦੇ ਡੈਡੀ ਨੇ ਕਿਹਾ ਕਿ ਯਾਰ ਇਹਦਾ ਡੈਡੀ ਤੇ ਚਲੋ ਫਾਦਰ ਤਾਂ ਜਿਹੜਾ ਸੀਗਾ ਪਤਾ ਨਹੀਂ ਆਪਾਂ ਉਹਦੇ ਨਾਲ ਵਿਹਾਰ ਨਹੀਂ ਰੱਖਿਆ ਪਰ ਜਿਵੇਂ ਲੋਕ ਕਹਿੰਦੇ ਆ ਪਰ ਇਹ ਬੰਦਾ ਚੰਗਾ ਤੇ ਇਹਨੂੰ ਲਾ ਸੀ। ਉਹ ਮਿੱਠਾ ਪਰ ਸੀ ਉਹ ਲੁੱਚਾ ਖਚਰਾ ਬੰਦਾ ਸੀ। ਉਹ ਹੁਸ਼ਿਆਰੀ ਕਰੀ ਉਹਨੇ ਇਹਨਾਂ ਤੋਂ ਉੱਥੇ ਜਾ ਕੇ ਆਪਦਾ ਜਿਹੜਾ ਪੁਰਾਣਾ ਆੜਤੀਆ ਸੀ ਉਹਦੇ ਪੈਸੇ ਲਵਾ ਲਏ ਤੇ ਇਹਨਾਂ ਦੇ ਆੜਤ ਲੱਗ ਗਿਆ। ਉਹ 4 ਸਾਲ ਇਸ ਬੰਦੇ ਨੂੰ ਇਹਦਾ ਟੋਟਲ ਘਰ ਦਾ ਖਰਚਾ ਆੜਤ ਦਾ ਜਿਵੇਂ ਜ਼ਿਮੀਂਦਾਰ ਜੋ ਵੀ
ਰੇ ਸਪਰੇ ਜਾਂ ਜੋ ਵੀ ਚਾਹੀਦਾ ਉਹ ਵੀ ਦਿੰਦੇ ਰਹੇ। 4 ਸਾਲਾਂ ਤੇ ਉਹਨਾਂ ਨੇ ਕਿਹਾ ਵੀ ਭਾਈ ਤੂੰ ਪੈਸੇ ਲੈ ਜਾਣਾ ਤੇ ਤੇਰੀ ਫਸਲ ਨਾਲ ਤਾਂ ਪੈਸੇ ਲੈਂਦੇ ਨਹੀਂ, ਤੂੰ ਸਾਡੇ ਪੈਸੇ ਦੇਣ ਦਾ ਇੰਤਜ਼ਾਮ ਕਰ। ਤਾਂ ਇਹ ਕਹਿੰਦਾ ਜੀ ਫਿਰ ਇਹ ਦੁਬਾਰੇ ਦੁਕਾਨ ਤੇ ਜਾਂਦਾ, ਜਿਵੇਂ ਆੜਤੀਏ ਦੇ ਜ਼ਿਮੀਂਦਾਰ ਜਾਂਦਾ ਤੇ ਜ਼ਿਮੀਂਦਾਰ ਦਾ ਤੇ ਆੜਤੀਏ ਦਾ 4 ਸਾਲਾਂ 'ਚ ਪੈਸੇ ਇਹਨੇ ਇੱਕੇ ਵਾਰ ਲਏ ਕਿ ਜਾਂ ਥੋੜੇ ਥੋੜੇ ਨਹੀਂ ਜਿਵੇਂ ਆਉਂਦੇ ਕਿ ਪਹਿਲਾਂ ਉਹਨੇ ਕਰਜ਼ਾ ਲਵਾ ਲਿਆ ਆਪਦਾ। ਕਰਜ਼ਾ ਕਿੰਨਾ ਸੀ? ਕਰਜ਼ਾ ਉਹਦਾ ਸੀਗਾ ਪਿਛਲੇ ਆੜਤੀਏ ਦਾ 1.25 ਲੱਖ ਰੁਪਈਆ, ਉਹ ਲਾਤਾ ਲਗਭਗ 1.25 ਲੱਖ ਸੀ। ਉਹ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਮੈਨੂੰ ਆੜਤ ਲਾ ਲਓ, ਮੇਰਾ ਕਰਜ਼ਾ ਲਾ ਦਿਓ। ਇਹਨਾਂ ਨੇ ਉਹ ਕਰਜ਼ਾ ਲਾਤਾ, ਉਹਨੂੰ ਆੜਤ ਲਾ ਲਿਆ। ਫਿਰ ਇਹਨੇ ਸੋਚਿਆ ਵੀ ਇਹ ਤਾਂ ਮੇਰੇ ਲੋਟ ਆ ਗਈ ਕੁੰਡੀ। ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ, ਮੇਰੀ ਜ਼ਮੀਨ ਹੈਗੀ ਆ ਪਲੱਜ ਲੈਂਡ ਮਾਰਕੀਟ ਬੈਂਕ ਮਲੋਟ, ਮੈਂ ਟਰੈਕਟਰ ਲਿਆ ਸੀ 1,95,000 ਰੁਪਇਆ, ਮੇਰੀ ਜ਼ਮੀਨ ਫੱਕ ਕਰਾ ਦਿਓ, ਮੇਰਾ ਕਰਜ਼ਾ ਲਾ ਦਿਓ, ਮੈਂ ਜ਼ਮੀਨ ਵੇਚ ਕੇ ਤੁਹਾਡੇ ਪੈਸੇ ਦੇ ਦੂੰਗਾ। ਤਾਂ ਇਹਨਾਂ ਨੇ ਕੀ ਕਰਿਆ ਜੀ ਵੀ ਚਲੋ ਆਪਣੇ ਪਿੰਡ ਦਾ ਬੰਦਾ ਹੈ, ਚੱਲ ਕਿੱਧਰ ਜਾਂਦਾ। ਉਹਨਾਂ ਨੇ 1,95,000 ਰੁਪਇਆ ਵੀ ਸਾਡੇ ਪੈਸੇ ਭਾਈ ਤੂੰ ਦੇ ਜੀ। ਤਾਂ ਉਹਨਾਂ ਨੇ ਉਹਦਾ 1,95,000 ਰੁਪਇਆ ਲੈਂਡ ਮਾਰਕੀਟ ਬੈਂਕ ਦਾ ਮਲੋਟ ਆਪ ਜਾ ਕੇ ਪੈਸੇ ਭਰ ਕੇ ਆਏ ਪਿੰਦਾ ਸੇਠੀ। ਉਹ ਪੈਸੇ ਲਵਾ ਲਏ, ਮਹੀਨਾ 2 ਮਹੀਨੇ ਲੰਘੇ, ਕੁਛ ਸਮਾਂ ਲੰਘਿਆ। ਉਹਨਾਂ ਨੇ ਕਿਹਾ ਵੀ ਭਾਈ ਤੇਰੀ ਜ਼ਮੀਨ ਪਲੱਜ ਹੋਊਗੀ, ਤੂੰ ਸਾਡੇ ਪੈਸੇ ਦੇਣ ਦਾ ਇੰਤਜ਼ਾਮ ਕਰ ਦੇ। ਉਹ ਕਹਿੰਦਾ ਉਹ ਤੁਸੀਂ ਘਰੇ ਆ ਜਾਓ। ਇਹ ਘਰੇ ਗਏ ਤਾਂ ਉਹ ਜਗਨੰਦਨ ਨਾਂ ਦੇ ਬੰਦੇ ਨੇ ਆਪਦੇ ਪਿਓ ਨਾਲ ਪੂਰੀ ਡਰਾਮਾ ਰਚਿਆ, ਉਹਨਾਂ ਨੂੰ ਲੜ ਕੇ ਦਿਖਾਤਾ। ਉਹ ਪਿਓ ਕਹਿੰਦਾ ਵੀ ਮੈਂ ਤਾਂ ਜ਼ਮੀਨ ਨਹੀਂ ਵੇਚਦਾ ਕੋੜਾ, ਤੇ ਇਹ ਭਾਵੇਂ ਸਾਰੀ ਵੇਚਦੇ ਮੈਂ ਨਹੀਂ ਰੋਕਦਾ, ਤੁਸੀਂ ਪੈਸੇ ਇਹ ਤੋਂ ਲੈਣੇ ਆ, ਇਹਨੂੰ ਦਿੱਤੇ ਇਹ ਤੋਂ ਲੈ ਲਓ। ਤਾਂ ਉਹ ਕਹਿੰਦੇ ਵੀ ਤੂੰ ਇਹ ਕੀ ਕੀਤਾ, ਵੀ ਸਾਥੋਂ ਪੈਸੇ ਲਿਆ ਕੇ ਆਪਦੇ ਪਿਓ ਦਾ ਕਰਜ਼ਾ ਲਾਇਆ ਤੂੰ, ਫਿਰ ਜਦੋਂ ਤੈਨੂੰ ਪਤਾ ਸੀ ਫਿਰ ਤੂੰ ਆਪਦਾ ਕਰਜ਼ਾ ਲਾ ਕੇ ਭਾਈ ਸਾਡੇ ਪੈਸੇ ਤਾਂ ਮੋੜਦਾ। ਬਿਲਕੁਲ, ਪਹਿਲਾਂ 420 ਕੀਤੀ, 420 ਕੀਤੀ। ਫਿਰ ਉਹ ਦੁਬਾਰੇ ਦੁਕਾਨ ਤੇ ਜਾਂਦਾ ਤਾਂ ਉਹ ਕਹਿੰਦਾ ਜੀ ਐਂ ਕਰੋ ਤੁਸੀਂ, ਮੇਰੀ ਜ਼ਮੀਨ ਤੇ ਜਿਹੜਾ ਲੋਨ ਹੈ ਉਹ ਹੈਗਾ ਸੀ ਕਰੇਨਾ ਕਰੂਨਾ ਦਾ। ਨਹੀਂ ਇੰਨਾ ਭਲਾ ਆੜਤੀ ਤਾਂ ਕਰਦੇ ਨੇ ਵੀ ਪਿੰਡ ਦਾ ਬੰਦਾ, ਇਹ ਪਿੰਡ ਦਾ ਬੰਦਾ ਸੀ ਜੀ। ਉਹ ਕਹਿੰਦੇ ਵੀ ਇੱਕ ਉਹਨਾਂ ਦੇ ਫਿਰ ਪੈਸੇ ਉਹਨਾਂ ਨੇ ਤਾਂ ਲਾਇਆ ਆੜਤੀਆ ਕਰਕੇ, ਲੇਕਿਨ ਕਰਜ਼ਾ ਲਾਇਆ। ਜਦੋਂ ਉਹਨਾਂ ਦੇ ਪੈਸੇ ਜ਼ਿਆਦੇ ਹੋ ਗਏ ਫਿਰ ਉਹੀ ਗੱਲ ਹੋ ਗਈ ਵੀ ਖੂਹ 'ਚ ਇੱਟ ਡਿੱਗੀ ਆ, ਉਹਨਾਂ ਨੂੰ ਕੱਢੋ, ਗੱਡੇ ਮਗਰ ਕੁਹਾੜਾ ਸਿੱਟਣਾ ਪਿਆ ਉਹਨਾਂ ਨੂੰ। ਤਾਂ ਉਹ ਤੀਜਾ ਕਰਜ਼ਾ ਉਹਨੇ ਜਿਹੜਾ ਆਪਦਾ ਸੀ ਕਰੇਨਾ ਵਾਲਾ ਲੱਖ ਰੁਪਈਆ, ਉਹ ਜ਼ਮੀਨ ਦੇ ਨੰਬਰ ਵੀ ਫੱਕ ਕਰਾ ਲਈ। ਫਿਰ ਉਹ ਕਹਿੰਦੇ ਵੀ ਭਾਈ ਹੁਣ ਤੂੰ ਆਪਦੇ ਸਾਡੇ ਪੈਸੇ ਦੇ, 7-8 ਲੱਖ ਰੁਪਈਆ ਹੋ ਗਿਆ। ਤਾਂ ਉਹ ਕਹਿੰਦਾ ਮੈਂ ਜ਼ਮੀਨ ਵਿਕਾਊ ਕਰ ਰੱਖੀ ਹੈ, ਮੈਂ ਲੱਖ ਰੁਪਈਆ ਕਨਾਲ ਦਾ ਮੰਗਦਾ। ਪਿੰਡ 'ਚ ਕੋਈ ਬੰਦੇ ਜਿਹੜੇ ਗਾਹਕ ਸੀ ਉਹ 90,000 ਦਿੰਦੇ ਸੀ। ਕਾਫੀ ਦਿਨ ਚੱਕਰ ਚੱਲਦਾ ਰਿਹਾ, ਫਿਰ ਇਹ ਵਿੱਚ ਪੈ ਗਏ। ਇਹ ਕਹਿੰਦੇ ਯਾਰ ਜਿਹੜਾ ਖਰੀਦਦਾ ਸੀ ਉਹਨੂੰ ਕਹਿੰਦੇ ਤੂੰ 5,000 ਯਾਰ ਮਹਿੰਗੀ ਕਰ ਲਾ, 95 ਨੂੰ ਲੈ ਲਾ। ਉਹ ਕਹਿੰਦਾ ਮੈਂ ਤਾਂ ਲੱਖ ਤੋਂ ਘੱਟ ਦੇਣਾ ਨਹੀਂ। ਇਹਨਾਂ ਨੇ ਸੋਚਿਆ ਵੀ ਸਾਡਾ 7 ਲੱਖ ਰੁਪਈਆ, 35,000 5,000 ਰੁਪਈਆ ਉਹਨਾਂ ਨੇ ਕੋਲੋਂ ਪਾਇਆ ਤੇ ਲੱਖ ਮੰਗਦਾ ਸੀ, ਲੱਖ ਦੇ ਹਿਸਾਬ ਨਾਲ ਹੀ ਸੌਦਾ ਕਰਾਤਾ। ਲੇਕਿਨ ਉੱਥੋਂ ਵੀ ਮੁੱਕਰ ਗਿਆ, ਉਹਨਾਂ ਨਾਲ ਲੱਖ ਰੁਪਏ ਨੂੰ ਵੀ ਨਾ ਦਿੱਤੀ। ਫਿਰ ਹੱਲ ਗਿਆ, ਕਿਉਂ ਕਰਜ਼ਾ ਲਾ ਲਿਆ ਆੜਤੀਆਂ ਤੋਂ ਲਿਆ ਕੇ ਪੈਸੇ, ਜਿਹੜੀ ਜ਼ਮੀਨ ਆਪਦੇ ਥੱਲੇ ਕਰ ਲਈ, ਕਨਾਲ ਵਿਕਣੀ ਸੀ ਉਹ ਰੇਟ ਪੂਰਾ ਹੋ ਗਿਆ, ਫਿਰ ਉੱਥੋਂ ਆ ਮੁੱਕਰ ਗਿਆ। ਇਹ ਜਿਹੜੀ ਜ਼ਮੀਨ ਇਹਦੀ ਸਰਕਾਰ ਦੇ ਥੱਲੇ ਸੀ ਬੈਂਕਾਂ 'ਚ, ਉਹ ਆਪਦੇ ਥੱਲੇ ਕਰ ਲਈ, ਹੱਕ ਕਰਾ ਲਈ। ਜ਼ਮੀਨ ਦਾ ਕਰਜ਼ਾ ਸੀ ਜਿਹੜਾ ਉਹ ਸੇਠੀਆਂ ਤੋਂ ਲਿਆ ਕੇ ਲਾ ਕੇ ਕਰਜ਼ਾ, ਤੇ ਉਹਨੂੰ ਕਹਿੰਦਾ ਮੈਂ ਤਾਂ ਨਹੀਂ ਜ਼ਮੀਨ ਵੇਚਦਾ, ਮੇਰੇ ਘਰੇ ਕਲੇਸ਼ ਹੁੰਦਾ। ਆਖਿਰਕਾਰ ਨੂੰ ਥੋੜਾ ਸਮਾਂ ਹੋਰ ਲੰਘਿਆ ਤੇ ਇਸ ਬੰਦੇ ਨੇ ਇਹ 4 ਕਿੱਲੇ ਜਿਹੜੀ ਤੇ ਹੁਣ ਜੋਗਿੰਦਰ ਗਰਾਹਾ ਕਬਜ਼ਾ ਕਰੀ ਬੈਠਾ, ਉਹ ਜ਼ਮੀਨ ਇਸ ਬੰਦੇ ਨੇ ਪਿੰਡ ਦੇ ਜ਼ਿਮੀਂਦਾਰ ਦਾ ਤੇ ਆੜਤੀ ਦਾ ਮਸਲਾ ਵਾ। ਇੱਥੇ ਗੁਰਾਹਾਂ ਗਰੁੱਪ ਦਾ ਕੀ ਮਸਲਾ? ਮੈਂ ਉਹੀ ਦੱਸਦਾ, ਜਿਹੜੀ 4 ਕਿੱਲੇ ਜ਼ਮੀਨ ਇਹਨੇ, ਜਦੋਂ ਇਹਨਾਂ ਦਾ ਕਰਜ਼ਾ ਤਾਂ ਭਿੰਦੇਗਾ ਤਾਂ ਇੱਕ ਪਾਸੇ ਹੋ ਗਿਆ ਨਾ, ਹੁਣ 7 ਲੱਖ ਰੁਪਈਆ ਭਿੰਦੇਗਾ ਤੋਂ ਲਿਆ ਕੇ ਇਹਨੇ ਆਪਦਾ ਕਰਜ਼ਾ ਲਾ ਲਿਆ। ਫਿਰ ਇਹ ਜਾਂਦਾ ਭਿੰਦੇਗਾ ਕੋਲੇ ਵੀ ਕਿਸੇ ਬੰਦੇ ਨਾਲ ਮੇਰਾ ਵੈਅ ਦਾ ਕਰਾਰਨਾਮਾ ਲਿਖਾ ਕੇ ਮੈਨੂੰ ਪੈਸੇ ਦਵਾ ਦਿਓ, ਮੈਂ ਆਹ 4 ਕਿੱਲੇ ਪਿੰਡ ਜ਼ਮੀਨ ਵੇਚ ਦਿੰਦਾ ਤੇ ਮੇਰਾ ਕਰਜ਼ਾ ਲੈ ਜੂ, ਨਾਲੇ ਮੈਨੂੰ 2 ਲੱਖ ਰੁਪਈਆ ਚਾਹੀਦਾ, ਮੈਨੂੰ ਵੈਅ ਤੇ ਜ਼ਮੀਨ ਤੇ ਪੈਸੇ ਦਵਾ ਦਿਓ। ਤਾਂ ਗੁਰਦੇਵ ਸਿੰਘ ਨੰਬਰਦਾਰ ਬਾਂਡੀ ਵਾਲੇ ਨੇ ਇਹਨਾਂ ਤੋਂ ਜ਼ਮੀਨ ਵੈਅ ਦਾ ਤਹਿਸੀਲ ਦੇ ਵਿੱਚ ਤਹਿਸੀਲਦਾਰ ਤੋਂ ਟੈਸਟਡ ਵੈਅ ਦਾ ਕਰਾਰਨਾਮਾ ਲਿਖਿਆ ਗਿਆ, ਔਰ ਉਹਨੇ ਇਹਨੂੰ 9.5 ਲੱਖ ਰੁਪਈਆ ਦੇਤਾ ਕਾਲਚ ਰਾਣੀ ਬੈਂਕ ਤੋਂ ਕਢਾ ਕੇ। ਉਦੋਂ ਛੁੱਟੀ ਸੀ ਜਿੱਦੇ ਵੈਅ ਦਾ ਕਰਾਰਨਾਮਾ ਲਿਖਿਆ, ਉਦੋਂ ਅਗਲੇ ਦਿਨ ਉਹਨੂੰ ਪੈਸੇ ਦੇ ਕੇ ਫੇਰ ਕਰਾਰਨਾਮਾ ਲਿਖਾਏ। ਉਸ ਬੰਦੇ ਦਾ ਜਿੱਦਣ ਇਹ ਹੁਣ 2 ਪਾਰਟ ਹੋ ਗਏ, ਜੋਗਿੰਦਰ ਗਰਾਹੇ ਤੇ ਆਉਣਾ 2 ਪਾਰਟ ਹੋ ਗਏ। ਉਹਨੇ ਕਰਜ਼ਾ ਲਾਹਿਆ, ਭਿੰਦੇ ਨੇ ਆਪਦੇ ਪੈਸੇ ਫਸਾਲੇ 7.5 ਲੱਖ। ਇਹਨੇ ਹੁਣ ਆਪਦੀ ਜ਼ਮੀਨ ਇਹ ਜਿਹੜੀ 4 ਕਿੱਲੇ ਜਿਹੜੀ ਗਰਾਹਾ ਬੈਠਾ ਇਹ ਉਹਨੇ ਗੁਰਦੇਵ ਸਿੰਘ ਨੰਬਰਦਾਰ ਬਾਂਡੀ ਵਾਲੇ ਨੂੰ ਵੇਚਤੀ। ਤੇ ਉਹਨੇ ਜਦੋਂ ਟਾਈਮ ਆ ਗਿਆ ਉਹਨੇ ਆਪਦੀ ਹਾਜ਼ਰੀ ਲਵਾ ਲਈ, ਇਹ ਰਜਿਸਟਰੀ ਕਰਾਉਣ ਨਹੀਂ ਗਿਆ, ਇਹ ਬਦਲ ਗਿਆ। ਇਹਨੇ ਆਖਿਆ ਵੀ ਨਾਲੇ ਤਾਂ 9.5 ਲੱਖ ਇਧਰੋਂ ਲੈ ਲਿਆ, 7.5 ਉਧਰੋਂ ਲੈ ਲਿਆ, ਨਾਲੇ ਜ਼ਮੀਨ ਛਡਾ ਲਈ ਸਰਕਾਰ ਤੋਂ, ਤੇ ਆਪਾਂ ਨੂੰ ਕੀ ਲੋੜ ਹੈ। ਇਹ ਇਹੋ ਜਿਹੇ ਜ਼ਿਮੀਂਦਾਰ ਗਰਾਹਾ ਗਰੁੱਪ ਦੇ ਵਿੱਚ ਰਲੇ ਹੋਏ ਆ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਭੱਠਾ ਉਠਾਤਾ, ਪੰਜਾਬ ਦੇ ਕਿਸਾਨਾਂ ਦੇ ਪੈਰ ਵੱਢੀ ਜਾਂਦੇ ਆ। ਇੱਕ ਜ਼ਿਮੀਂਦਾਰ ਹੁੰਦਾ, ਇੱਕ ਕਿਸਾਨ, ਬਹੁਤ ਗੂੜਾ ਰਿਸ਼ਤਾ ਹੁੰਦਾ ਆੜਤੀ ਤੇ ਜ਼ਿਮੀਂਦਾਰ। ਜ਼ਿਮੀਂਦਾਰ ਦੀ ਕਿਸਾਨ ਦੀ, ਜ਼ਿਮੀਂਦਾਰ ਦੀ ਆੜਤੀਆ ਰੱਖਦਾ। ਤੇ ਇਹਨਾਂ ਇਹੋ ਜਿਹੀਆਂ ਜਥੇਬੰਦੀਆਂ ਦਾ ਕਰਕੇ ਉਹ ਸਿਸਟਮ ਹੋ ਰਿਹਾ ਵੀ ਪੰਜਾਬ ਦੇ ਕਿਸਾਨਾਂ ਨੂੰ
ਪਹਿਲਾਂ ਤਾਂ ਸਰਕਾਰਾਂ ਕੁਝ ਨਹੀਂ ਦੇਈ ਜਾਂਦੀਆਂ, ਕਾਰਪੋਰੇਟਾਂ ਦੀ ਨਿਗਾਹ। ਦੂਜਾ ਹੁਣ ਇਹ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਨੂੰ ਜਮਾਨੇ ਹੱਥੇ ਕਰੀ ਜਾਂਦੀਆਂ ਵੀ ਆੜਤੀਆਂ ਤੋਂ ਵੀ ਕਿਤੋਂ ਪੈਸਾ ਨਾ ਮਿਲੇ ਇਹਨਾਂ ਨੂੰ, ਕਰਦੇ ਇਹ ਆਪਦੇ ਸਵਾਰਥ ਵਾਸਤੇ ਹੈ। ਕਿਉਂਕਿ ਮੈਂ ਉਹਦੀ ਐਗਜ਼ਾਮਪਲ ਦਿੰਦਾ ਕਿ ਇਹ ਬੰਦੇ ਇਹਦੇ ਬੰਦੇ ਕਿਹੋ ਜਿਹੇ, ਕਰਜ਼ਾ ਲੈ ਗਿਆ, ਇਕਰਾਰਨਾਮਾ ਤੇ ਹਾਜ਼ਰੀ ਲਵਾ ਲਈ ਉਹਨੇ, ਇਹ ਗਿਆ ਨਹੀਂ, ਉਹ ਸੈਸ਼ਨ ਕੋਰਟ 'ਚ ਜਿੱਤਿਆ, ਫਿਰ ਹਾਈ ਕੋਰਟ 'ਚ ਜਿੱਤਿਆ, ਫਿਰ ਸੁਪਰੀਮ ਕੋਰਟ 'ਚ ਉਹਨੂੰ ਬਾਅਦ 'ਚ ਸੁਪਰੀਮ ਕੋਰਟ ਜਾਣਾ ਪਿਆ ਜ਼ਿਮੀਦਾਰ ਦੇ ਮਗਰ 28 ਸਾਲ ਹੋ ਗਏ, 95 ਤੋਂ ਲੈ ਕੇ 23 ਤੱਕ 20-22 ਸਾਲ ਉਹ ਬੰਦੇ ਵਿਚਾਰੇ ਬੇਤੁਕਾ ਜਿਹੜਾ ਪੈਸਾ ਇਹਨੇ ਨਾਲੇ 7.5 ਲੱਖ ਦਿੱਤਾ, 7.5 ਲੱਖ ਤਾਂ ਭਿੰਦੇ ਸੇਠੀ ਨੇ ਇਹਦਾ ਕਰਜ਼ਾ ਲਾਇਆ, ਉਹਨੇ ਜ਼ਮੀਨ ਵੇਚਤੀ ਗੁਰਦੇਵ ਸਿੰਘ ਨੰਬਰਦਾਰ ਨੂੰ 9.5 ਲੱਖ ਦੀ। ਉਹ ਕੇਸ ਤਾਂ ਭਿੰਦੇ ਨੂੰ ਇਹਨਾਂ ਨੂੰ ਅੱਡ ਲੜਨਾ ਪਿਆ ਕਿਉਂਕਿ ਨੰਬਰਦਾਰ ਨਾਲ ਸੌਦਾ ਭਿੰਦੇ ਕਾ ਨੇ ਕਰਾਇਆ ਸੀ ਤੇ ਭਿੰਦੇ ਕਿ ਉਹਦੇ ਰਿਲੇਟਿਵ ਸੀ। ਉਹ ਕਹਿੰਦਾ ਵੀ ਮੈਨੂੰ ਤਾਂ ਮੇਰੇ ਪੈਸੇ ਚਾਹੀਦੇ ਆ ਇਹਨਾਂ ਨੂੰ ਆਦਾ ਵਿਆਜ ਸਮੇਤ, ਨਹੀਂ ਤਾਂ ਤੁਸੀਂ ਆਪਦਾ ਭਾਈ ਕੇਸ ਹੈ ਜਿਹੜਾ ਮੈਂ ਲੜ ਦਿੰਨਾ ਤੇ ਇਹ ਖਰਚਾ ਤੁਹਾਡਾ ਹੋਊ। ਭਿੰਦੇ ਕਾ ਨੂੰ ਨਜਾਇਜ਼ ਖਰਚਾ 7.5 ਹੋਊਗਾ, ਖਰਚੇ ਹੋਰ ਪੈਂਦੇ ਰਹੇ। ਕੋਰਟ ਕਦੇ ਵੀ ਡਿਸੀਜਨ ਕਾਗਜ਼ ਦੇਖ ਕੇ ਕਰਦੀ ਹੈ। ਸਾਡੇ ਦੇਸ਼ ਦੀਆਂ ਨਿਆਇਲਾਂ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਉਹਨਾਂ ਦਾ ਕਾਗਜ਼ ਹਰ ਪੱਖੋਂ। ਤੇ ਇਹ ਇੱਥੋਂ ਲੈ ਕੇ ਸੁਪਰੀਮ ਕੋਰਟ ਤੱਕ 20 ਸਾਲ ਕੇਸ ਲੜਦੇ ਰਹੇ ਭਿੰਦਾ ਸੇਠੀ ਤੇ ਉਹਦਾ ਫਾਦਰ। ਨਾਲੇ ਤਾਂ ਘਰੋਂ ਪੈਸੇ ਦਿੱਤੇ, ਨਾਲੇ ਉਹਨੇ ਨੇ ਜ਼ਿਮੀਦਾਰ ਨੇ, ਉਹਨੂੰ ਤਾਂ ਫਿਕਰ ਹੀ ਕੋਈ ਨਹੀਂ ਸੀ, ਉਹਨੇ ਆਪਦਾ ਕਰਜ਼ਾ ਲਾ ਲਿਆ, ਜ਼ਮੀਨ ਪਲੱਜ ਸੀ ਜਿਹੜੀ ਉਹ ਛਡਾ ਲਈ ਤੇ 9.5 ਲੱਖ ਲੈ ਲਿਆ ਤੇ ਉਹ ਤਾਂ ਇਹਨਾਂ ਨੂੰ ਦਵੱਲੀ ਫਿਰਿਆ 20 ਸਾਲ। ਜੋਗਿੰਦਰ ਗਰਾਹੇ ਦੀ ਐਂਟਰੀ ਕਿੱਥੇ ਹੁੰਦੀ ਹੈ? ਜਦੋਂ ਸੁਪਰੀਮ ਕੋਰਟ ਨੇ ਡਿਸੀਜਨ ਦੇ ਕੇ ਰਜਿਸਟਰੀ ਕਰਾਤੀ, ਇੰਤਕਾਲ ਹੋ ਗਿਆ, ਗਰਦੌਰੀ ਹੋ ਗਈ, ਉਹਨਾਂ ਕੋਲੇ ਕਬਜ਼ਾ ਉੱਠ ਗਿਆ, ਉਹਨਾਂ ਨੇ ਆਪਦੀ ਜ਼ਮੀਨ ਵਾਹ ਲਈ, 6 ਮਹੀਨੇ ਉਹਨਾਂ ਨੇ ਫਸਲ ਬੀਜੀ। ਭਿੰਦੇ ਸੇਠੀਆਂ ਨੂੰ ਸੁਪਰੀਮ ਕੋਰਟ ਨੇ ਜ਼ਮੀਨ ਵਾਪਸ ਵੀ ਲੈ ਦਿੱਤੀ। ਵਾਪਸ ਕੀ ਤੋਂ ਨਹੀਂ, ਵਾਪਸ ਨਹੀਂ, ਜ਼ਮੀਨ ਦੀ ਰਜਿਸਟਰੀ ਸੁਪਰੀਮ ਕੋਰਟ 'ਚ ਜਾ ਕੇ ਹੋਈ। ਸੁਪਰੀਮ ਕੋਰਟ ਕਹਿੰਦੀ ਵੀ ਤੂੰ ਵਾਅਦਾ ਕਰਾਰਨਾਮਾ ਲਿਖਿਆ, ਪੈਸੇ ਲਏ ਆ, ਪੈਸੇ ਰਜਿਸਟਰੀ ਕਰਾ, ਤਾਂ ਉਹ ਰਜਿਸਟਰੀ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਹੋਈ, ਡਿਸੀਜਨ ਕਾਗਜ਼ ਦੇਖ ਕੇ ਹੋਇਆ ਜੀ। ਉਦੋਂ ਬਾਅਦ ਕਬਜ਼ੇ ਦੀ ਗੱਲ ਸੀ, ਕਬਜ਼ਾ ਪੰਜਾਬ ਸਰਕਾਰ ਦੇ ਆਈ, ਜ਼ਮੀਨ ਗਰਦੌਰੀ ਭਿੰਦੇ ਦੇ ਸੇਠੀ ਦੇ ਨਾਂ ਹੈ। ਆ ਹਾਈ ਕੋਰਟ ਤੱਕ ਦੇ, ਸੁਪਰੀਮ ਕੋਰਟ ਤੱਕ ਦੇ ਮੇਰੇ ਕੋਲੇ ਆਰਡਰ ਨਾ। ਜਦੋਂ ਭਿੰਦੇ ਨੇ ਜ਼ਮੀਨ ਤੇ ਆਪਦਾ ਉਹ ਜ਼ਮੀਨ ਵਾਹ ਲਈ, ਕਣਕ ਬੀਜ ਲਈ, ਜੋਗਿੰਦਰ ਗਰਾਹਾ ਗਰੁੱਪ ਦਾ ਜਿਹੜਾ ਲੰਬੀ ਬਲਾਕ ਦਾ ਆਪਦੇ ਆਣੇ ਇਹਨਾਂ ਨੇ ਕਰਤਾ ਧਰਤਾ ਬਣਾਇਆ ਭਾਸ਼ਾ ਸਿੰਘੇ ਵਾਲੇ ਦਾ, ਉਹਦੇ ਕੋਲੇ ਆਪਦੇ ਕੋਲੇ 7.5 ਕਿੱਲੇ ਜ਼ਮੀਨ ਆ, ਉਹ 3 ਭਾਈ ਹੈ, 2.5 ਕਿੱਲੇ ਉਹਨਾਂ ਨੂੰ ਆਉਂਦੀ ਹੈ, ਕਰੋੜਾਂ ਰੁਪਏ ਦੀ ਉਹਦੀ ਕੋਠੀ ਹੈ, 10 ਲੱਖ ਦਾ ਤਾਂ ਲਗਭਗ ਉਹਦੇ ਸ਼ੈੱਡ ਲੱਗਿਆ, 2.5 ਕਿੱਲੇ ਵੱਡੀਆਂ ਕੋਠੀਆਂ। 2.5 ਕਿੱਲੇ ਵਾਲਾ ਕਿਸਾਨ 2.5 ਕਿੱਲੇ ਵਾਲਾ ਕਿਸਾਨ ਰੋਟੀ ਖਾਂਦਾ, ਆਪਦੇ ਪਾਲਦਾ ਜਵਾਕ 6 ਮਹੀਨੇ ਜ਼ਮੀਂਦਾਰ ਨਾਲ ਆਪਦਾ ਵਿਹਾਰ ਆੜਤ ਨਾਲ ਰੱਖ ਕੇ। ਉਸ ਬੰਦੇ ਨੇ ਹਰਿਆਣੇ ਦੇ ਵਿੱਚ ਲਗਭਗ 30-40 ਕਿੱਲੇ ਜ਼ਮੀਨ ਬਣਾ ਲਈ, ਗੋਰੀ ਵਾਲਾ ਸਾਈਡ, ਚੰਗੀ ਮੋਟੀ ਜ਼ਮੀਨ ਬਣਾਈ। ਇਹ ਪਾਸ਼ ਦੀ ਗੱਲ ਕਰਦਾ ਗਰਾਹਾ ਗਰੁੱਪ ਦਾ। ਹਾਂ, ਵੀ ਗਰਾਹਾ ਸਾਹਿਬ ਕੋਈ ਇਹੋ ਜੀ ਤੂੰ ਜਿਹੜੀ ਇਹ ਬੰਦੇ ਕੋਲੇ ਤਕਨੀਕ ਹੈ, ਉਹ ਤੂੰ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਦੇ, ਕਰਜ਼ਾ ਹੀ ਲੈ ਜੀ। ਜੋਗਿੰਦਰ ਗਰਾਹੇ ਤੇ ਇਹ ਚੀਜ਼ ਮੈਂ ਇਲਜ਼ਾਮ ਲਾ ਰਿਹਾ ਕਿ ਤੇਰੇ ਬੰਦੇ ਧੱਕਾ ਕਰਦੇ ਆ। ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮੀਨ ਦਵਾਈ ਹੈ, ਤੂੰ ਕਹਿਣਾ ਵੀ ਮੈਂ ਸੱਚ ਤੇ ਖੜਾ ਹਾਂ। 28 ਸਾਲ ਲੜਾਈ ਲੜੀ ਉਹਨਾਂ ਨੇ। 28 ਸਾਲ ਭਾਈ ਸਾਹਿਬ ਆਉਣ ਦੀ ਰਿਕਾਰਡ ਗੱਲ ਕਰ ਰਿਹਾ ਮੈਂ, ਜਿੱਥੇ ਮਰਜ਼ੀ ਡਿਬੇਟ ਕਰ ਲਈ। ਗਰਾਹਾ ਸਾਹਿਬ ਨੂੰ ਰਿਕੁਐਸਟ ਕਰਦਾ ਵੀ ਆਪਦੀ ਜਥੇਬੰਦੀ ਦਾ ਨਾਂ ਬਦਨਾਮ ਨਾ ਕਰਾ, ਨਹੀਂ ਇਸ ਜਥੇਬੰਦੀ ਨੂੰ ਲੋਕ ਕਹਿਣਗੇ ਗਰਾਹਾ ਜਥੇਬੰਦੀ ਨਹੀਂ ਰਹੇਗੀ, ਗਰਾਈਆਂ ਕਰਦੇ ਆ ਔਰ ਇਹ ਵਸੂਲੀ ਕਰਦੇ, ਇਹਨੂੰ ਵਸੂਲੀ ਕਿਹਾ ਜਾਊਗਾ। 4 ਕਿੱਲਿਆਂ ਤੇ ਹੁਣ ਜ਼ਿਮੀਂਦਾਰ ਦਾ ਤਾਂ ਨਾਮ ਹੈ ਭਿੰਦੇ ਸੇਠੀ ਦਾ, ਤੋਂ ਇਹਨਾਂ ਨੇ ਜ਼ਮੀਨ ਖੋ ਕੇ ਕਬਜ਼ਾ ਕੀਤਾ ਹੋਇਆ ਉੱਥੇ ਕਾਫੀ ਸਮੇਂ ਦਾ। ਤੇ ਹੁਣ ਇਹ ਐਡਮਿਨਿਸਟ੍ਰੇਸ਼ਨ ਤੇ ਦਾਅਵ ਦਿੰਦੇ ਆ ਵੀ ਸਾਡੀ ਗਰਦੌਰੀ ਬਦਲ ਦੇ। ਜਿਹੜਾ 25 ਸਾਲ ਕੇਸ ਲੜਿਆ ਸਰਕਾਰ ਕੋਈ ਨਿਆਇਆਲੇ ਨੇ ਉਹਨੂੰ ਨਿਆਂ ਦਵਾਤਾ, ਤੇ ਇਹ ਕਹਿੰਦੇ ਹੁਣ ਸਾਡੇ ਨਾਲ ਫੇਰ ਗੁੰਡਾਗਰਦੀ ਨਾਲ ਸਾਡੇ ਨਾਲ ਕਰਦੇ। ਤੇਰੇ ਬੰਦੇ ਕੀ ਕਰੀ ਜਾਂਦੇ ਥੱਲੇ? ਔਰ ਇਹ ਕੇਸ ਜੋਗਿੰਦਰ ਗਰਾਹਾ ਦੇ ਥੱਲੇ ਸ਼ਿੰਗਾਰਾ ਤੇ ਝੰਡਾ ਸਿੰਘ, ਇਹਦੇ 2 ਨੰਬਰ ਤੇ 3 ਨੰਬਰ ਦੇ ਬੰਦੇ ਆ ਜਿਹੜੇ ਪੰਜਾਬ ਨੂੰ ਚਲਾਉਂਦੇ ਆ। ਉਹਨਾਂ ਦੇ ਧਿਆਨ ਵਾਸਤੇ ਅਸੀਂ ਇੱਕ ਸਾਂਝਾ ਬੰਦਾ ਪਾਇਆ, ਉਸ ਬੰਦੇ ਦੇ ਥਰੂ ਉਹਦੇ ਕੋਲੇ ਸਾਰੀ ਗੱਲ ਪਹੁੰਚਾਈ। ਹੋ ਸਕਦਾ ਇਹਨਾਂ ਬੰਦਿਆਂ ਨੂੰ ਪਹਿਲਾਂ ਇਸ ਕੇਸ ਦੇ ਉਹਨਾਂ ਥੱਲੇ ਵਾਲੇ ਜਿਹੜੇ ਬੰਦੇ ਆ ਇਹਦੇ ਜ਼ਿਲ੍ਹਾ ਲੈਵਲ ਦੇ ਪ੍ਰਧਾਨ ਜਾਂ ਭਾਸ਼ਾ, ਉਹਨਾਂ ਨੇ ਗਲਤ ਗਾਈਡ ਕੀਤਾ ਹੋਵੇ। ਹੁਣ ਜਦੋਂ ਉਹਨਾਂ ਦੇ ਕੇਸ ਉਹਨਾਂ ਦੀ ਨਿਗਾਹ ਚ ਆ ਚੁੱਕਾ ਪਿਛਲੇ 2-3 ਮਹੀਨਿਆਂ ਤੋਂ, ਅਸੀਂ ਬੇਸਬਰੀ ਨਾਲ ਵੇਟ ਕਰਦੇ ਰਹੇ ਵੀ ਹੁਣ ਯਾਰ ਇਨਸਾਫ ਹੋ ਜਾਊਗਾ। ਆਪਾਂ ਉਹਨਾਂ ਦੇ ਵੱਡੇ ਬੰਦਿਆਂ ਤੱਕ ਗੱਲ ਪਹੁੰਚਾਤੀ, ਲੇਕਿਨ ਵੱਡੇ ਬੰਦੇ ਸਾਰੀ ਸਚਾਈ ਜਾਣਨ ਤੋਂ ਬਾਅਦ, ਸੁਪਰੀਮ ਕੋਰਟ ਤੱਕ ਦੇ ਆਰਡਰ ਜਾਣਨ ਤੋਂ ਬਾਅਦ ਪਿਛਲੇ 2 ਮਹੀਨਿਆਂ ਤੋਂ ਚੁੱਪ ਹੈ। ਇਹਦਾ ਮਤਲਬ ਤੇ ਇਹ ਸਾਜ਼ਿਸ਼ ਹੈ। ਇਸ ਕਰਕੇ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਹਾਂ ਵੀ ਇਹ ਕੀ ਕਰ ਰਹੇ ਆ, ਕਿਉਂ ਕਰ ਰਹੇ ਆ। ਮੈਂ ਤੁਹਾਡੇ ਥਰੂ ਚੈਨਲ ਇਹਦੇ ਤੋਂ ਰਿਕਵੈਸਟ ਵੀ ਕਰਦਾ ਤੇ ਇਹਨੂੰ ਭਾਈ ਦੱਸਦਾ ਵੀ ਆ ਵੀ ਥੱਲੇ ਵਾਲੇ ਬੰਦੇ ਸਾਂਭ ਲਾ, ਨਹੀਂ ਤੇਰੇ ਬੰਦੇ ਆੜਤੀਏ ਤੇ ਕਿਸਾਨਾਂ 'ਚ ਕਿਵੇਂ
ਪਾੜਾ ਪਾ ਰਹੇ ਆ? ਕੀ ਤੇਰੇ ਬੰਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੇ ਆ? ਜਿਹੜੇ ਕਿਸਾਨ ਅੰਦੋਲਨ ਵਾਸਤੇ ਸਾਰੇ 2 ਦੀ 10 ਸਟੇਟਾਂ ਪੂਰਾ ਦੇਸ਼ ਆ ਕੇ ਦਿੱਲੀ ਬਰੂਹਾਂ ਤੇ ਬੈਠਾ ਰਿਹਾ ਤੇ ਆਪਦੀਆਂ ਜ਼ਮੀਨਾਂ ਉਹਨਾਂ ਨੇ ਬਚਾਈਆਂ ਵੀ ਸਾਡੀਆਂ ਜ਼ਮੀਨਾਂ ਵੀ ਜਾਂਦੀਆਂ, ਮੰਡੀਆਂ ਵੀ ਜਾਂਦੀਆਂ, ਉਹ ਬਿੱਲ ਵਾਪਸ ਕਰਵਾਏ ਕਿਸਾਨਾਂ ਨੇ। ਉਹਦੇ 'ਚ ਠੀਕ ਹੈ ਜਥੇਬੰਦੀਆਂ ਦਾ ਰੋਲ ਸੀਗਾ, ਲੇਕਿਨ ਫਿਰ ਉਸੇ ਤੱਕ ਨਿਭਾਓ ਜਿਵੇਂ ਪਹਿਲਾਂ ਸੀ, ਤੁਹਾਡਾ ਸਤਿਕਾਰ ਹੋਊਗਾ। ਤੁਸੀਂ ਗਲਤ ਕੰਮ ਕਰੋਗੇ ਤਾਂ ਤੁਹਾਡੀ ਬਦਨਾਮੀ ਵੀ ਹੋਊਗੀ ਜੀ। ਉਹ ਜਥੇਬੰਦੀਆਂ ਨੂੰ ਕੀ ਚਾਹੀਦਾ, ਇਹ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ। ਹੁਣ ਕੀ ਹੈ, ਜਿਹੜੀਆਂ ਥੱਲੇ ਬੰਦੇ ਆ, ਜਦੋਂ ਕਾਰਪੋਰੇਟ ਘਰਾਣੇ, ਮੈਂ ਕਿਸੇ ਦੇ ਹੱਕ 'ਚ ਨਹੀਂ, ਕਾਰਪੋਰੇਟ ਘਰਾਣਿਆਂ ਨੇ ਕੀ ਜੋਗਿੰਦਰ ਗਰਾਹੇ ਵਰਗੀਆਂ ਜਿਹੜੀਆਂ ਜਥੇਬੰਦੀਆਂ ਆ, ਉਹਦੇ ਥੱਲੇ ਵਾਲੇ ਬੰਦਿਆਂ ਤੇ ਸਿਰ ਤੇ ਹੱਥ ਧਰ ਲਿਆ ਵੀ ਆੜਤੀਏ ਫੇਲ ਕਰਨੇ ਆ, ਜ਼ਿਮੀਂਦਾਰਾਂ ਨੂੰ ਇਹਨਾਂ ਤੋਂ ਪਾਸੇ ਕਰਨਾ, ਕਿਵੇਂ ਪ੍ਰਾਈਵੇਟ ਮੰਡੀਆਂ ਲਿਆਉਣੀਆਂ। ਕੀ ਹੁਣ ਇਹ ਉਹਨਾਂ ਵਾਸਤੇ ਕੰਮ ਕਰਦੇ ਆ ਵੀ ਇਹਨਾਂ ਦਾ ਰਾਹ ਹੈ ਜਿਹੜਾ ਜ਼ਿਮੀਂਦਾਰਾਂ ਦਾ ਬੰਦ ਕਰ ਦੋ ਤੇ ਕਾਰਪੋਰੇਟ ਘਰਾਣੇ ਆਪਣੇ ਆਪ ਆ ਜਾਣਗੇ? ਕਿ ਜਿਹੜਾ ਕੰਮ ਸਰਕਾਰ ਕਰਨਾ ਚਾਹੁੰਦੀ ਸੀ ਉਹ ਕੰਮ ਹੁਣ ਮੈਨੂੰ ਸ਼ੱਕ ਹੈ ਕਿ ਉਹ ਜੋਗਿੰਦਰ ਗਰਾਹੇ ਦੇ ਬੰਦੇ ਕਰ ਰਹੇ। ਦੂਜੀਆਂ ਜਥੇਬੰਦੀਆਂ ਦਾ ਮੈਂ ਨਾਂ ਨਹੀਂ ਕਦੇ ਸੁਣਿਆ, ਤਾਂ ਮੈਂ ਉਹਨਾਂ ਦਾ ਨਾਂ ਕਰ ਲਊਂਗਾ। ਇਹਨਾਂ ਦਾ ਤੀਜਾ ਕੇਸ ਸਾਰਾ ਜਿਹੜਾ ਹੈਗਾ ਵਾ ਸੁਪਰੀਮ ਕੋਰਟ, ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ 28 ਸਾਲ ਲੜਾਈ ਲੜੀ ਹੈ, ਔਰ ਸੁਪਰੀਮ ਕੋਰਟ ਦੇ ਬਾ ਹੁਕਮਾਂ ਅਨੁਸਾਰ ਉਹਨਾਂ ਨੂੰ ਰਜਿਸਟਰੀ ਵੀ ਹੋ ਚੁੱਕੀ ਹੈ। ਪਰ ਹੁਣ ਇਹਨਾਂ ਦਾ ਜੋ ਭਾਈ ਜਸਕੌਰ ਸਿੰਘ ਦੱਸ ਰਹੇ ਨੇ ਕਿ ਇਹਨਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਪਾਸ਼ਾ, ਉੱਥੇ ਝੰਡੇ ਗੱਡ ਕੇ ਬੈਠਾ ਹੋਇਆ, ਔਰ ਜਿਹੜੀ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਵੀ ਗਦੋਰੀਆਂ ਬਦਲ ਕੇ ਤੇ ਦੁਬਾਰਾ ਜ਼ਿਮੀਂਦਾਰ ਦੇ ਨਾਂ ਕਰ ਦਿੱਤੀਆਂ। ਜ਼ਿਮੀਂਦਾਰ ਦਾ ਤਾਂ ਹੁਣ ਮੋਢਾ ਵਰਤਿਆ ਜਾ ਰਿਹਾ। ਐਂ ਕਰੋ, ਘੁਮਿਆਰੇ ਪਿੰਡ ਦੇ ਵਿੱਚ 3000 ਵੋਟ ਆ ਲਗਭਗ, ਪੰਚਾਇਤ ਕਰ ਲਓ ਉੱਥੇ ਗੁਰੂ ਘਰ, 50 ਬੰਦੇ ਪਿੰਡ ਦੇ ਮੋਤਬਾਰ ਇਹ ਕਹਿ ਦੇਣ ਵੀ ਪਿੰਦਾ ਸੇਠੀ ਗਲਤ ਹੈ, ਗਰਾਹਾ ਸਾਹਿਬ ਦਾ ਸਤਿਕਾਰ ਕਰਾਂਗੇ ਤੇ ਮਾਫੀ ਮੰਗਾਂਗੇ ਉੱਥੇ। ਜੇ ਉਹਨਾਂ ਨੇ ਇਹ ਨਾ ਕਿਹਾ ਤਾਂ ਫਿਰ ਗਰਾਹਾ ਸਾਹਿਬ 28 ਸਾਲ ਹੋ ਗਏ ਉਹਨੂੰ ਜ਼ਮੀਨ ਵਾਹੁੰਦੇ ਨੂੰ, ਜ਼ਮੀਨ ਕਰਜ਼ਾ ਲਵਾ ਲਿਆ, ਫੱਕ ਕਰਾ ਲਈ, ਆਪਦੇ ਕਬਜ਼ੇ ਹੇਠ ਕਰ ਲਈ ਤੇ 28 ਸਾਲ ਦਾ ਉਹਨੂੰ ਕਰਜ਼ਾ ਉਹ ਦੇਵੇ। ਜਿਹੜਾ ਬੰਦਾ 420 ਕਰ ਰਿਹਾ ਵਾ, 7.5 ਲੱਖ ਪਹਿਲਾਂ ਲੈ ਗਿਆ, 9.5 ਲੱਖ ਉੱਥੋਂ ਲੈ ਗਿਆ, ਉਹ ਬੰਦੇ ਦਾ ਸਾਥ ਬੰਦੇ ਦਾ ਸਾਥ ਗਰਾਹ ਜਥੇਬੰਦੀ ਦੇ ਨਾਂ ਤੇ ਉਹਦੇ ਥੱਲੇ ਵਾਲੇ ਬੰਦੇ ਦੇ ਰਹੇ ਸੀ। ਪਰ ਹੁਣ ਉਹਦੇ ਝੰਡਾ ਸਿੰਘ ਤੇ ਸ਼ਿੰਗਾਰਾ ਸਿੰਘ ਨੂੰ ਜਦੋਂ ਕੇਸ ਦਾ ਪਤਾ ਹੈ, ਕੀ ਹੁਣ ਇਹ ਵੀ ਬੰਦੇ ਉਹਨਾਂ ਦਾ ਸਾਥ ਦੇ ਰਹੇ? ਜਾਂ ਫਿਰ ਜੇ ਸੱਚ ਤੇ ਪਹਿਰਾ ਦੇਣਾ, ਤੂੰ ਕਹਿਣਾ ਵੀ ਮੈਂ ਇਨਸਾਫ ਕਰਦਾ ਤਾਂ ਕਰ, ਤੇਰਾ ਸਤਿਕਾਰ ਕਰਾਂਗੇ ਉੱਥੇ ਸ਼ਹਿਰ ਚ ਪੂਰੇ ਚ, ਨਹੀਂ ਤਾਂ ਭਾਈ ਤੈਨੂੰ ਸੁਣਨੀ ਪਊਗੀ ਜਿਹੜੇ ਤੇਰੇ ਬੰਦੇ ਗਲਤ ਕੰਮ ਕਰਦੇ ਆ। ਦੂਜਾ ਇਸ ਦੀ ਐਗਜ਼ਾਮਪਲ ਇੱਕ ਆ ਜਿਹੜਾ ਹੁਣ ਪਿੱਛੇ ਜੇ ਮਾਰਚ ਸੀ ਚੰਡੀਗੜ੍ਹ ਵਾਨੀ ਨੂੰ, ਉਹ ਮਾਰਚ ਦਾ ਤਾਂ ਕੁਝ ਨਹੀਂ ਬਣਿਆ ਕਿਉਂਕਿ ਜਥੇਬੰਦੀਆਂ ਨੇ ਆਪਦਾ ਕੋਈ ਮਸਲਾ ਹੱਲ ਕਰਨਾ ਸੀ, ਕਰ ਲਿਆ ਜਾਂ ਨਹੀਂ ਹੋਇਆ ਜਾਂ ਕਿਉਂ ਨਹੀਂ ਹੋਇਆ। ਜੇ ਉਹਦੇ ਚ ਸੰਗਰੂਰ ਤੋਂ ਜਿਹੜੇ ਵਿਚਾਰੇ ਕਿਸਾਨ ਆਈ ਜਾਂਦੇ ਸੀ ਤੇ ਉਹ ਰਾਹ ਚ ਇੱਕ ਐਕਸੀਡੈਂਟ ਹੋਇਆ ਪੁਲਿਸ ਨਾਲ, ਜਿਹੜੇ ਟਕਰਾਵ ਹੋਇਆ ਉਹਦੇ ਚ ਇੱਕ ਵਿਚਾਰਾ ਗਰੀਬ ਕਿਸਾਨ ਜਿਹਦੀ ਲਾਠੀ ਚਾਰਜ ਤੋਂ ਮ੍ਰਿਤੂ ਹੋ ਗਈ। ਤਾਂ ਉਹ ਦੁੱਖ ਦੀ ਘੜੀ ਹੈ ਕਿ ਉਹ ਵਿਚਾਰਾ ਕਿਸਾਨ ਚਲਾ ਗਿਆ। ਉਹਦੀ ਜਿਹੜੀ ਧਰਮ ਪਤਨੀ ਹੈ ਉਹ ਮੀਡੀਆ ਦੇ ਵਿੱਚ, ਮੈਂ ਆਉਣ ਦੀ ਰਿਕਾਰਡ ਮੇਰੇ ਕੋਲ ਹੈਗੀ, ਮੈਂ ਸੁਣੀ ਹੈ, ਉਹ ਕਹਿ ਰਹੀ ਹੈ 20 ਸਾਲ ਹੋ ਗਏ ਉਹਨੂੰ ਜੋਗਿੰਦਰ ਗਰਾਹਾ ਜਥੇਬੰਦੀ ਨਾਲ ਇਹ ਜੁੜਿਆ ਸੀਗਾ ਤੇ ਇਹਨੂੰ ਸਾਰੇ ਕਹਿੰਦੇ ਸੀ ਵੀ ਤੂੰ ਕਿਹੜਾ ਕਿਸੇ ਦਾ ਕਰਜ਼ਾ ਦੱਬਣਾ ਜਾਂ ਤੂੰ ਕਿਹੜਾ ਭੂ ਮਾਫੀਆ, ਕਿਸੇ ਦੀ ਆਪਾਂ ਜ਼ਮੀਨ ਦੱਬਣੀ ਹੈ, ਇਹ ਭੂ ਮਾਫੀਆ, ਤੂੰ ਇਹਨਾਂ ਨਾਲ ਨਾ ਜਾਇਆ ਕਰ। ਅੱਛਾ, ਕੀ ਗਰਾਹਾ ਸਾਹਿਬ ਇਹ ਬਿਆਨ ਬੜਾ ਅਹਿਮ ਹੈ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ। ਮੇਰੇ ਕੋਲ ਇਹ ਵੀਡੀਓ ਮੈਂ ਤੁਹਾਨੂੰ ਦੇ ਦੇਣਾ ਚੈਨਲ ਤੇ, ਉਹਦੀ ਬੀਬੀ ਉਸ ਦਿਨ ਬੋਲਦੀ ਹੈ, ਧਰਮ ਪਤਨੀ, ਜਿਹੜੇ ਦਿਨ ਉਹਦੀ ਡੈਥ ਹੋਈ ਹੈ। ਤਾਂ ਮੀਡੀਆ ਨੇ ਸਵਾਲ ਕੀਤਾ, ਉਹਨੇ ਜਵਾਬ ਦਿੱਤਾ, ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹਦੇ ਮੂੰਹ ਤੇ ਵੀ ਉਹੀ ਕੁਛ ਹੁੰਦਾ, ਦਿਲ 'ਚ ਵੀ ਉਹੀ ਹੁੰਦਾ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਉਹ ਆਪਾਂ ਤਾਂ ਵਿਚਾਰੀ ਦੇ ਦੁਆਰੇ ਦੁੱਖ ਹੈ ਕਿ ਉਹਨਾਂ ਦਾ ਬੰਦਾ ਚਲਾ ਗਿਆ। ਭਾਈ ਸਾਹਿਬ ਵੀ ਜਦੋਂ ਕਿਸਾਨ ਆਤਮ ਹੱਤਿਆ ਕਰਨ ਤੱਕ ਮਜਬੂਰ ਹੋ ਜਾਂਦਾ, ਤੁਸੀਂ ਹਰ 6 ਮਹੀਨਿਆਂ ਬਾਅਦ ਬੋਰੀ ਕਣਕ ਦੀ ਗਰਾਹੀ ਕਿੱਲੇ ਮਗਰ ਕਰਦੇ ਹੋ, ਸਾਰੀਆਂ ਜਥੇਬੰਦੀਆਂ ਕਰਦੀਆਂ, ਮੈਂ ਗੁਰਦੁਆਰਿਆਂ 'ਚ ਹੋਕੇ ਦਿੰਦੇ ਦੇਖੇ। ਤਾਂ ਜਦੋਂ ਉਹਨੂੰ ਕਿਤੋਂ ਪੈਸਾ ਨਹੀਂ ਮਿਲਦਾ ਕਿਸਾਨ ਨੂੰ, ਤੁਸੀਂ ਕਦੇ ਮਦਦ ਕਰੀ ਆ? ਤੁਸੀਂ ਕਰੋੜਾਂ ਰੁਪਈਆ ਦੀਆਂ ਜਥੇਬੰਦੀਆਂ ਬਣਾਈ ਬੈਠਾ, ਤੁਸੀਂ ਕਦੇ ਇੱਕ ਬੰਦੇ ਦਾ ਜ਼ਿਮੀਂਦਾਰ ਦਾ ਮੈਨੂੰ ਨਾਂ ਕੱਢ ਕੇ ਦੱਸ ਦਿਓ ਵੀ ਜਿਹੜਾ ਇਹ ਜ਼ਿਮੀਂਦਾਰ ਦਾ ਅਰਥਾ ਸਾਰ ਕੇ ਆਏ। ਹੁਣ ਮੈਂ ਜ਼ਿਮੀਂਦਾਰ ਕਿਸਾਨ ਭਰਾਵਾਂ ਦਾ ਹੀ ਬੱਚਾ ਤੇ ਕਿਸਾਨ ਭਰਾਵਾਂ ਦੇ ਬੱਚਿਆਂ ਨੂੰ, ਪੜ੍ਹੇ ਲਿਖੇ ਬੱਚੇ ਆ, ਉਹ ਆਪਦਾ ਆਪ ਦੇਖਣ। ਇਹ ਜਥੇਬੰਦੀਆਂ ਤੋਂ ਖਹਿੜਾ ਛਡਾਉਣਾ ਪੈਣਾ, ਇੱਕ ਦਿਨ ਨੂੰ ਇਹ ਹੱਥ ਜੋੜਨੇ ਪੈਣੇ ਵੀ ਇਹੋ ਜਿਹੀਆਂ ਜਥੇਬੰਦੀਆਂ ਦੀ ਲੋੜ ਨਹੀਂ ਜਿਹੜੀਆਂ ਕਿਸਾਨਾਂ ਦਾ ਹੀ ਸ਼ੋਸ਼ਣ ਕਰੀ ਜਾਂਦੀਆਂ ਜੀ। ਇਹ ਸੀਸਾ ਹੈ, ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਹੋ ਜਾਣਾ ਤੇ ਸਮਝ ਲੈਣਾ ਚਾਹੀਦਾ। ਜੇ ਜਥੇਬੰਦੀ ਗਰਾਹਾ ਦੀ ਠੀਕ ਹੈ, ਗਰਾਹਾ ਸਾਹਿਬ ਸੱਚ ਤੇ ਪਹਿਰਾ ਦਿੰਦੇ ਹੈ, ਤਾਂ ਫਿਰ ਉਹਨੂੰ ਇਹ ਕੇਸ ਹੈਂਡਲ ਕਰਨਾ ਚਾਹੀਦਾ, ਨਹੀਂ ਤਾਂ ਬਦਨਾਮੀ ਵਾਸਤੇ ਫਿਰ ਆਪਦਾ ਸਾਹਮਣਾ ਕਰੇ। ਇਹਨੇ ਜ਼ਮੀਨ ਤੇ ਕਬਜ਼ਾ ਕੀਤਾ, ਆਉਣ ਵਾਲੇ ਸਮੇਂ 'ਚ ਇਦੋਂ ਵੀ ਵੱਡਾ ਖੁਲਾਸਾ ਕਰੂੰ। ਬਿਲਕੁਲ ਜੀ, ਇਹ 28 ਸਾਲ ਲੜਾਈ ਲੰਬੀ, ਹਲਕੇ ਵਿੱਚ ਦੱਸਦਾ ਤੁਹਾਡੇ ਚੈਨਲ ਦੇ ਥਰੂ ਕਿ ਇਹ ਵੇਖ ਰਹੇ ਆ ਕਿ ਜ਼ਿਮੀਂਦਾਰ ਦਾ ਬਹਾਨਾ ਬਣਾ ਰਹੇ ਕਿ ਜ਼ਿਮੀਂਦਾਰ ਕਰਜ਼ਾਊ ਹੋ ਗਿਆ। ਤੁਸੀਂ ਇਹ ਸੋਚਿਆ ਵੀ ਭਿੰਦੇ ਸੇਠੀਆਂ ਨੇ ਪੈਸੇ ਕਿੱਥੋਂ ਦਿੱਤੇ? ਦਿਮਾਗ 'ਚ ਇੱਕੋ ਦਮ ਸ਼ੌਕ ਲੱਗੂਗਾ ਜਦੋਂ ਮੈਂ ਤੁਹਾਨੂੰ ਦੱਸੂਗਾ ਕਿ ਭਿੰਦੇ ਸੇਠੀਆਂ ਨੇ ਪੈਸਾ ਕਿੱਥੋਂ ਦਿੱਤਾ। ਜਦੋਂ ਅੱਤਵਾਦ ਦਾ ਟਾਈਮ ਸੀ 80 ਦੇ ਦਸ਼ਕ 'ਚ, ਉਹ ਵਿਚਾਰੇ ਉਦੋਂ ਉੱਥੋਂ ਸਾਰਾ ਕੁਛ ਆਪਦਾ ਪਿੰਡੋਂ ਵੇਚ ਕੇ
ਤੇ ਉੱਥੇ ਡੱਬ ਵਾਲੀ ਗਏ ਸੀ। ਜਿਹੜਾ ਸਾਰੀ ਪ੍ਰਾਪਰਟੀ ਵੇਚ ਕੇ ਉਹਨਾਂ ਨੇ ਉੱਥੇ ਘਰ ਲਿਆ ਸੀਗਾ। ਆੜਤੀਆ ਕਦੇ ਕਰਜ਼ਾ ਲੈ ਕੇ ਗਾਹਾਂ ਵਿਆਜ ਨਹੀਂ ਭਰਦਾ। ਜੇ ਉਹਦੇ ਕੋਲੇ ਪੈਸੇ ਪਤਾ ਲੱਗ ਜਾਏ ਨਾ ਆੜਤੀਏ ਨੂੰ ਵੀ ਆਪਦੀ ਸਮਰੱਥਾ ਤੋਂ ਬਾਹਰ ਉੱਠ ਗਈ ਤਾਂ ਉਹ ਚੀਜ਼ ਵੇਚ ਦਿੰਦੇ। 7,30,7.5 ਲੱਖ ਰੁਪਇਆ ਜਿਹੜਾ ਇਹਨੂੰ ਦਿੱਤਾ ਸੀ, ਉਹਨਾਂ ਨੇ 7,90,000 ਰੁਪਏ ਦਾ ਉਹ ਘਰ ਵੇਚਿਆ ਸੀ ਉਸ ਟਾਈਮ ਵਿੱਚ, ਜਦੋਂ ਇਹਨੂੰ ਪੈਸੇ ਦਿੱਤੇ 2,000 ਤੇ ਉਹਨਾਂ ਦੀ ਆਤਮਾ ਵਸਦੀ ਉਸ ਘਰ ਚ। ਅੱਜ 2.25 ਕਰੋੜ ਰੁਪਏ ਦਾ। ਮੇਰੀ ਗੱਲ ਹੋਈ ਇਹਦੇ ਡੈਡੀ ਨਾਲ ਤੇ ਉਹਦਾ ਡੈਡੀ ਉੱਚੀ ਉੱਚੀ ਰੋ ਗਿਆ। ਉਹ ਬੜਾ ਹੀ ਸਤਿਕਾਰਯੋਗ ਇਨਸਾਨ ਆ, ਉਹਦੀ ਕਦੇ ਕਿਸੇ ਨਾਲ 5 ਰੁਪਈਆਂ ਦਾ ਵੀ ਡਿਸਪਿਊਟ ਨਹੀਂ ਹੋਇਆ ਤੇ ਖੁਸ਼ ਦਿਲ ਰਿਹਾ ਉਹ ਬੰਦਾ। 25 ਸਾਲ ਇਸ ਜਗਨੰਦਨ ਬੰਦੇ ਨੇ ਉਹਨੂੰ ਕੋਰਟ ਕਚਹਿਰੀਆਂ ਚ ਘੜੀਸ ਕੇ ਉਹਦਾ ਬੁਢਾਪਾ ਰੋਲਤਾ। ਉਹ ਬੜਾ ਸੌਖਾ ਸੀ ਆਪਦੇ ਘਰੇ, ਉਹਦੇ ਦੋਨੇ ਬੱਚੇ ਬੜੇ ਲਾਇਕ ਹੈ। ਇੱਕ ਪਟਵਾਰੀ ਰਿਟਾਇਰ ਹੋਇਆ, ਇੱਕ ਭਿੰਦਾ ਸੇਠੀ ਆੜਤ ਦੀ ਦੁਕਾਨ ਕਰਦੇ। ਨਾਮੀ ਬੰਦਿਆਂ ਦਾ ਇਹਨਾਂ ਨੇ ਛਵੀ ਖਰਾਬ ਕੀਤੀ ਹੈ। ਔਰ ਉਹਨਾਂ ਬੰਦਿਆਂ ਨੇ ਜਿਹੜਾ ਪੈਸਾ ਦਿੱਤਾ ਵਿਚਾਰਿਆਂ ਨੇ ਆਪਦਾ ਘਰ ਵੇਚ ਕੇ ਦਿੱਤਾ। ਉਹਨੇ ਕੀ ਮਾੜਾ ਕਰਤਾ? ਪਿੰਡ ਦੇ ਲੋਕਾਂ ਨਾਲ ਜੁੜੇ ਹੋਏ ਆ। ਪਿੰਡ ਦਾ ਇਹੋ ਜਿਹਾ ਕੋਈ ਕਿਸਾਨ ਜਾਂ ਪਿੰਡ ਦਾ ਇਹੋ ਜਿਹਾ ਬੰਦਾ ਹੀ ਨਹੀਂ ਜਿਹੜਾ ਉਹਨਾਂ ਦੇ ਨਾਲ ਜੁੜਿਆ ਨਾ ਹੋਵੇ, ਸਤਿਕਾਰ ਨਾ ਕਰਦਾ ਹੋਵੇ। ਬਿਲਕੁਲ। ਫਿਰ ਗਰਾਹਾ ਗਰੁੱਪ ਦੇ ਬੰਦਿਆਂ ਨੇ ਉੱਥੋਂ ਦੇ ਪਿੰਡ ਦੇ ਸਰਪੰਚ ਨੂੰ ਵੀ ਪੁੱਛਿਆ ਫੋਨ ਮਾਰ ਕੇ ਪਿੱਛੇ ਜੇ ਕਿ ਵੀ ਬੰਦਾ ਸਹੀ ਕੌਣ ਹੈ, ਗਲਤ ਕੌਣ ਹੈ। ਜਦੋਂ ਤੁਹਾਨੂੰ ਸੀਸਾ ਹੋ ਗਿਆ, ਸਭ ਨੇ ਕਹਿਤਾ ਵੀ ਇਹ ਬੰਦਾ ਗਲਤ ਹੈ, ਤੇ ਫਿਰ ਤੁਸੀਂ ਆਪਦੀ ਉੱਥੋਂ ਝੰਡੇ ਚੱਕ ਲਿਓ। ਪਿੰਦੇ ਸੇਠੀ ਦੇ ਹੱਕ 'ਚ ਗਵਾਹੀ ਦਿੱਤੀ ਹੈ। ਕੱਲਾ ਸਰਪੰਚ ਨਹੀਂ ਜੀ, ਸਾਰੇ ਪਿੰਡ 'ਚ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਇਕੱਠ ਕਰ ਲਓ ਤੇ 50 ਬੰਦੇ ਨਾਮੀ ਉੱਥੇ ਸਹੁੰ ਪਾ ਕੇ ਕਹਿ ਦੇਣ ਵੀ ਇਹ ਬੰਦਾ ਗਲਤ ਹੈ। ਸਹੁੰ ਨੂੰ ਛੱਡੋ ਜੀ, ਇੱਕ ਵੀ ਬੰਦਾ ਨਹੀਂ ਕਹਿੰਦਾ ਤੇ ਫਿਰ ਉੱਥੇ ਗਰਾਹਾ ਸਾਹਿਬ ਜੋ ਮਰਜ਼ੀ ਫੈਸਲਾ ਕਰਦੇ ਨੇ ਮੰਨ ਲਾਂਗੇ। ਤੇ ਜੇ ਉਹਨਾਂ ਉੱਥੋਂ ਕਿਸੇ ਨੇ 50 ਨੇ ਨਾ ਕਿਹਾ ਤਾਂ 25 ਸਾਲ ਦਾ ਠੇਕਾ ਗਰਾਹਾ ਸਾਹਿਬ, ਤੇਰੀ ਜ਼ਿੰਮੇਵਾਰੀ ਜਵਾਬਦੇਹੀ ਆ ਉਹਨੂੰ ਦਵਾ। 28 ਸਾਲ ਦੀ ਲੜਾਈ ਲੰਬੀ ਹਲਕੇ ਵਿੱਚ ਪਿੰਡ ਪੈਂਦਾ ਘੁਮਿਆਰਾ। ਉੱਥੇ ਇੱਕ ਭਿੰਦਾ ਸੇਠੀ ਹੈ ਜਿਹਨੇ ਭਲਾ ਕੀਤਾ, ਭਲੇ ਦੇ ਚੱਕਰ 'ਚ 28 ਸਾਲ ਕੋਰਟਾਂ ਕਚਹਿਰੀਆਂ 'ਚ ਅੱਡੀਆਂ ਘਸਾਉਂਦਾ ਰਿਹਾ। ਅਖੀਰ ਸੁਪਰੀਮ ਕੋਰਟ ਨੇ ਹੱਕ 'ਚ ਫੈਸਲਾ ਦੇ ਦਿੱਤਾ। ਥਲੜੀਆਂ ਕੋਰਟਾਂ 'ਚੋਂ ਜਿੱਤਦਾ ਗਿਆ ਤੇ ਉੱਪਰ ਸੁਪਰੀਮ ਕੋਰਟ ਤੱਕ ਗਿਆ ਤੇ ਹੱਕ 'ਚ ਫੈਸਲਾ ਆ ਗਿਆ। ਅੱਜ ਫੇਰ ਉਹ ਫੈਸਲੇ ਨੂੰ ਬਦਲਣ ਦੇ ਲਈ ਉਗਰਾਹਾਂ ਗਰੁੱਪ ਦੇ ਕੁਝ ਬੰਦੇ ਗੁੰਮਰਾਹ ਕਰ ਰਹੇ ਨੇ। ਅਸੀਂ ਉਗਰਾਹਾਂ ਸਾਹਿਬ ਨੂੰ ਬੇਨਤੀ ਕਰਾਂਗੇ, ਭਾਈ ਆਪਣੀ ਜਥੇਬੰਦੀ ਵੱਲ ਧਿਆਨ ਦਿਓ, ਨਹੀਂ ਤਾਂ ਆ ਜਿਹੜਾ ਭੂ ਮਾਫੀਆ ਵਾਲਾ ਕੰਮ ਆ, ਅਸੀਂ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਰੋਜ਼ ਪਿੱਟਦੇ ਆ, ਉਹਨਾਂ ਨੂੰ ਮੰਦਾ ਚੰਗਾ ਬੋਲਦੇ ਆ। ਫਿਰ ਜੇ ਅਸੀਂ ਆਪ ਹੀ ਇਹੀ ਕੁਝ ਕਰੀ ਜਾਵਾਂਗੇ, ਫਿਰ ਕਾਰਪੋਰੇਟ ਘਰਾਣਿਆਂ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਏਗਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।